ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮਾਣੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਦੇ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਇਸ ਕੜੀ ਦੇ ਵਿੱਚ ਅਸੀਂ ਤੁਹਾਨੂੰ ਉੱਘੇ ਰਾਸ਼ਟਰਵਾਦੀ ਦਾਦਾ ਭਾਈ ਨੌਰੋਜੀ ਬਾਰੇ ਦੱਸਾਂਗੇ। ਦਾਦਾ ਭਾਈ ਨੌਰੋਜੀ ਜਿਨ੍ਹਾਂ ਦਾ ਅੱਜ ਜਨਮ ਦਿਵਸ ਵੀ ਹੈ। ਪੇਸ਼ ਹੈ ਇੱਕ ਖਾਸ ਰਿਪੋਰਟ। ਅੱਜ ਦੀ ਕੜੀ 'ਚ ਹੁਣ ਅਸੀਂ ਗੱਲ ਕਰਾਂਗੇ ਉੱਘੇ ਰਾਸ਼ਟਰਵਾਦੀ ਅਤੇ ਬਰਤਾਨਵੀ ਆਰਥਿਕ ਨੀਤੀਆਂ ਦੇ ਆਲੋਚਕ ਦਾਦਾ ਭਾਈ ਨੌਰੋਜੀ ਦੀ। ਭਾਰਤੀ ਸਿਆਸਤ ਵਿੱਚ ਇੱਕ ਅਹਿਮ ਥਾਂ ਰੱਖਣ ਵਾਲੇ ਇਸ ਮਹਾਨ ਆਗੂ ਨੂੰ ਪਿਆਰ ਨਾਲ ਗ੍ਰੈਂਡ ਓਲਡ ਮੈਨ ਆਫ ਇੰਡੀਆ ਅਤੇ ਅਨਓਫੀਸ਼ੀਅਲੀ ਅੰਬੈਸਡਰ ਆਫ ਇੰਡੀਆ ਵੀ ਕਿਹਾ ਜਾਂਦਾ ਸੀ। ਉਹਨਾਂ ਦਾ ਜਨਮ 4 ਸਤੰਬਰ 1825 ਨੂੰ ਉਸ ਵੇਲੇ ਬੰਬਈ 'ਚ ਹੋਇਆ ਸੀ। ਉਹਨਾਂ ਦੀ ਲੋਕਪ੍ਰਿਯਤਾ ਹੀ ਸੀ ਕਿ ਉਹ 2 ਵਾਰ ਹਾਊਸ ਆਫ ਕਾਮਨਸ ਲਈ ਚੁਣੇ ਗਏ। ਦਾਦਾ ਭਾਈ ਬਰਤਾਨਵੀ ਸੰਸਦ ਦੇ ਪਹਿਲੇ ਏਸ਼ੀਆਈ ਮੈਂਬਰ ਚੁਣੇ ਗਏ ਸਨ। ਉਹਨਾਂ ਨੂੰ ਭਾਰਤ ਵਿੱਚ ਬਰਤਾਨਵੀ ਸ਼ਾਸਨ ਦੇ ਆਰਥਿਕ ਬੁਰੇ ਪ੍ਰਭਾਵਾਂ ਤੇ ਆਪਣੇ ਵਿਚਾਰ ਸਪਸ਼ਟ ਤੌਰ ਤੇ ਰੱਖਣ ਲਈ ਜਾਣਿਆ ਜਾਂਦਾ ਸੀ। ਆਪਣੇ ਕਾਰਜਕਾਲ ਦੌਰਾਨ ਦਾਦਾ ਭਾਈ ਨੇ ਭਾਰਤ ਦੀ ਹਾਲਤ ਸੁਧਾਰਨ ਲਈ ਜ਼ਬਰਦਸਤ ਯਤਨ ਕੀਤੇ। ਬਰਤਾਨਵੀ ਆਰਥਿਕ ਨੀਤੀਆਂ ਦੇ ਚਲਦਿਆਂ ਭਾਰਤ ਨੂੰ ਹੋ ਰਹੇ ਨੁਕਸਾਨ ਤੇ ਉਹਨਾਂ ਨੇ ਡੂੰਘੀ ਸੋਧ ਕੀਤੀ ਸੀ। ਉਸ ਤੋਂ ਬਾਅਦ ਉਹ ਬਰਤਾਨੀਆ ਦੇ ਕੱਟੜ ਆਲੋਚਕ ਬਣ ਗਏ। ਦਾਦਾ ਭਾਈ ਨੌਰੋਜੀ ਨੇ 1893 ਚ ਯੂਨਾਈਟਿਡ ਕਿੰਗਡਮ ਵਿੱਚ ਹਾਊਸ ਆਫ ਕਾਮਨਸ ਨੂੰ ਸੰਬੋਧਨ ਕੀਤਾ ਸੀ। ਆਓ ਸੁਣਦੇ ਹਾਂ ਭਾਰਤ ਵਿੱਚ ਟੈਕਸੇਸ਼ਨ ਦੇ ਮੁੱਦੇ ਤੇ ਦਿੱਤੇ ਭਾਸ਼ਣ ਦੇ ਕੁਝ ਅਹਿਮ ਅੰਸ਼। Never has there been a single farthing spent out of the British Exchequer, either for the acquirement of India or for the maintenance of it, or administration, or in any manner connected with India, whilst at the same time hundreds of millions of the wealth of India have been constantly poured into this country. Whether any country in the world could stand such drain as India is subjected to is utterly out of the question. If England itself, with all its wealth, was subjected to such a drain as India is subjected to, it would be reduced to extreme poverty before long. ਦਾਦਾ ਭਾਈ ਨੌਰੋਜੀ ਦੀ ਸ਼ਖਸੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ 1895 ਚ ਭਾਰਤੀ ਖਰਚ ਲਈ ਬਣਾਏ ਸ਼ਾਹੀ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ। ਉਹਨਾਂ ਨੇ 1886, 1893 ਅਤੇ 1906 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਲਾਨਾ ਇਜਲਾਸ ਦੀ ਪ੍ਰਧਾਨਗੀ ਵੀ ਕੀਤੀ ਸੀ। ਉਹਨਾਂ ਨੂੰ ਆਜ਼ਾਦੀ ਦੇ ਅੰਦੋਲਨ ਦੇ ਸ਼ੁਰੂਆਤੀ ਦੌਰ ਦੇ ਅਹਿਮ ਆਗੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਦਾਦਾ ਭਾਈ ਦੀ ਹੀ ਪ੍ਰੇਰਨਾ ਦੇ ਚਲਦਿਆਂ ਬਾਲ ਗੰਗਾਧਰ ਤਿਲਕ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋਏ। ਗਾਂਧੀ ਜੀ ਤੇ ਵੀ ਉਹਨਾਂ ਦਾ ਅਸਰ ਰਿਹਾ। ਅੱਜ ਮਹਾਨ ਸੁਤੰਤਰਤਾ ਸੈਨਾਨੀ ਅਤੇ ਪ੍ਰਸਿੱਧ ਵਿਦਵਾਨ ਭੁਪਿੰਦਰ ਨਾਥ ਦੱਤ ਦੀ ਵੀ ਜਯੰਤੀ ਹੈ। ਉਹਨਾਂ ਦਾ ਜਨਮ 4 ਸਤੰਬਰ 1880 ਨੂੰ ਕਲਕੱਤਾ ਵਿੱਚ ਹੋਇਆ ਸੀ। ਭੁਪਿੰਦਰ ਨਾਥ ਦੱਤ ਸਵਾਮੀ ਵਿਵੇਕਾਨੰਦ ਦੇ ਭਰਾ ਸਨ। ਉਹ ਬ੍ਰਹਮ ਸਮਾਜ ਨੂੰ ਮੰਨਣ ਵਾਲੇ ਸਨ। ਜਵਾਨੀ ਦੇ ਦਿਨਾਂ 'ਚ ਦੱਤ ਬਰਤਾਨਵੀ ਸ਼ਾਸਨ ਨਾਲ ਲੜਨ ਲਈ ਬੰਗਾਲ ਰੈਵੋਲਿਊਸ਼ਨਰੀ ਸੁਸਾਇਟੀ ਵਿੱਚ ਸ਼ਾਮਿਲ ਹੋ ਗਏ ਸਨ, ਜਿਸ ਦੀ ਸਥਾਪਨਾ 1902 ਵਿੱਚ ਪ੍ਰਮਥ ਨਾਥ ਮਿਤਰਾ ਨੇ ਕੀਤੀ ਸੀ। 1906 ਵਿੱਚ ਉਹ ਬੰਗਲਾ ਮੈਗਜ਼ੀਨ ਜੁਗਾਂਤਰ ਦੇ ਸੰਪਾਦਕ ਬਣੇ, ਜਿਹੜਾ ਬੰਗਾਲ 'ਚ ਰੈਵੋਲਿਊਸ਼ਨਰੀ ਪਾਰਟੀ ਦਾ ਮੁੱਖ ਪੱਤਰ ਸੀ। 1907 ਵਿੱਚ ਉਹਨਾਂ ਨੂੰ ਬਰਤਾਨਵੀ ਪੁਲਿਸ ਨੇ ਦੇਸ਼ ਧਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਜੁਲਾਈ 1908 ਵਿੱਚ ਜੇਲ੍ਹ ਤੋਂ ਰਿਹਾਈ ਦੇ ਕੁਝ ਦਿਨ ਬਾਅਦ ਹੀ ਭੁਪਿੰਦਰ ਨਾਥ ਨੂੰ ਪੜ੍ਹਾਈ ਦੇ ਲਈ ਅਮਰੀਕਾ ਭੇਜ ਦਿੱਤਾ ਗਿਆ। ਉੱਥੇ ਜਾ ਕੇ ਦੱਤ ਭਾਰਤੀ ਆਜ਼ਾਦੀ ਲਈ ਕੰਮ ਕਰ ਰਹੀ ਗਦਰ ਪਾਰਟੀ 'ਚ ਸ਼ਾਮਿਲ ਹੋ ਗਏ। ਪਹਿਲੀ ਵਿਸ਼ਵ ਜੰਗ ਦੇ ਦੌਰਾਨ ਉਹ ਜਰਮਨੀ ਚਲੇ ਗਏ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ 'ਚ ਸਰਗਰਮ ਹੋ ਗਏ। 1916 ਵਿੱਚ ਉਹ ਬਰਲਿਨ ਇੰਡੀਅਨ ਇੰਡੀਪੈਂਡੈਂਸ ਕਮੇਟੀ ਦੇ ਸਕੱਤਰ ਬਣੇ। 1921 ਵਿੱਚ ਭੁਪਿੰਦਰ ਨਾਥ ਦੱਤ ਮਾਸਕੋ ਚਲੇ ਗਏ ਤੇ ਉਸ ਤੋਂ ਬਾਅਦ ਭਾਰਤ ਪਰਤ ਆਏ। ਭੁਪਿੰਦਰ ਨਾਥ ਨੇ ਕੰਮਕਾਜੀ ਵਰਗ ਨੂੰ ਢੁਕਵਾਂ ਸਨਮਾਨ ਦਿਵਾਉਣ ਲਈ ਅਣਥੱਕ ਯਤਨ ਕੀਤੇ। ਉਹ ਲੇਖਕ ਵੀ ਸਨ ਤੇ ਉਹਨਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਸਮਾਜ ਬਾਰੇ ਕਈ ਕਿਤਾਬਾਂ ਲਿਖੀਆਂ। ਉਹਨਾਂ ਨੇ ਆਪਣੇ ਵੱਡੇ ਭਰਾ ਤੇ ਸਵਾਮੀ ਵਿਵੇਕਾਨੰਦ ਪੈਟਰੀਅਟ ਪ੍ਰੋਫੈਟ ਕਿਤਾਬ ਵੀ ਲਿਖੀ। তোমারই শ্যামল বরণ কোমল মূর্তি মর্মে গাথা, ও আমার দেশের মাটি তোমার পরে ঠেকাই মাথা। ਅੱਜ ਅਸੀਂ ਸੁਤੰਤਰਤਾ ਸੈਨਾਨੀ ਅਤੇ ਹਰਿਆਣਾ ਕੇਸਰੀ ਪੰਡਿਤ ਨੇਕੀ ਰਾਮ ਸ਼ਰਮਾ ਨੂੰ ਵੀ ਯਾਦ ਕਰ ਰਹੇ ਹਾਂ। ਗੋਪਾਲ ਕ੍ਰਿਸ਼ਨ ਗੋਖਲੇ, ਲੋਕਮਾਨਯ ਬਾਲ ਗੰਗਾਧਰ ਤਿਲਕ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਤੇ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਦੀ ਪ੍ਰੇਰਨਾ ਤੋਂ ਉਹ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋਏ ਸਨ।
ਜਦੋਂ ਲੋਕਮਾਨਯ ਤਿਲਕ ਨੂੰ 6 ਸਾਲ ਦੀ ਕਠੋਰ ਕਾਰਾਵਾਸ ਦੀ ਸਜ਼ਾ ਹੋਈ ਤਾਂ ਉਹਨਾਂ ਨੇ ਬਰਤਾਨਵੀ ਰਾਜ ਖਤਮ ਹੋਣ ਤੱਕ ਚੈਨ ਨਾਲ ਨਾ ਬੈਠਣ ਦੀ ਸਹੁੰ ਖਾਧੀ। 1915 ਵਿੱਚ ਕਾਂਗਰਸ ਦੇ ਬੰਬਈ ਇਜਲਾਸ ਦੌਰਾਨ ਗਾਂਧੀ ਜੀ ਨਾਲ ਮੁਲਾਕਾਤ ਤੋਂ ਬਾਅਦ ਉਹ ਛੂਤ-ਛਾਤ ਵਿਰੋਧੀ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਪੰਡਿਤ ਨੇਕੀ ਰਾਮ ਸ਼ਰਮਾ ਨੇ 1919 ਵਿੱਚ ਰੋਲਟ ਐਕਟ ਵਿਰੋਧੀ ਅੰਦੋਲਨ, ਨਾ ਮਿਲਵਰਤਨ ਅੰਦੋਲਨ, ਨਮਕ ਸੱਤਿਆਗ੍ਰਹਿ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਈ। ਅਜਿਹੇ ਮਹਾਤਮਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।